वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। माज महला पंजवा। पार ब्रह्म प्रभ मेघ पठाया, जल थल महीअल दैनिस वरसाया। पार ब्रह्म प्रभ मेघ पठाया, जल थल महीअल दैनिस वरसाया। शांत भई बुझी सब तृष्णा, आनंद पया सब ठाई जियो। शांत भई बुझी सब तृष्णा, आनंद पया सब ठाई जियो। वाहिगुरु। ये पवित्र बचन रोजाना की तरह लड़ीवार कथा मुताबक पंजवें पातशाह शहीदां दे सिरताज छतर चबर तखत दे मालक हलत पलट के रखियक स्वामी आप परमेश्वर सतगुरु साहिब श्री गुरु अर्जन देव महाराज जी दे उचारण किए हुए हैं। धन धन श्री गुरु अर्जन देव महाराज जी इन्हां बचनां राही की बख्शिश करते हैं कि जदों परमेश्वर जीवां नूं दुखी वेखदा है, जीवां दीयां पुकारां सुनदा है, धरती दीयां पुकारां सुनदा है, उस परमेश्वर दे दर ते जदों धरती दीयां पुकारां जीवां दीयां पुकारां जांदियां हन तां फिर ओह मींह बरसाउंदा है। जद गरमैश वधदी है धरती ते जीव जंतु तड़फदे हन तो फिर मीह पाउंदा है। जिवें आपां सुभाविक ही कह दिंदे हाँ कि यार इन्नी गर्मी वध गई, हुण तां जरूर बारिश आवेगी, मीह आवेगा, और आउंदा भी है। इसे तरह ही जदों संसार दे विच जुल्म वध जांदा है, जुल्म दे कारण, महंगाई दे कारण, होर अनेकां कारणों करके जदों दुनिया तड़फ उठदी है, मनुख तड़फदा है, सारी मनुखता दुखी हो जाती है। राजे शीही मुकदम कुत्ते, राजे बघियाड़ां दा ते उन्हां दे वजीर मंत्री, उन्हां दे अहुदेदार, उन्हां दे करिंदे कुत्तियां दा रूप धार जांदे आ। मतलब राजे भी लालची हो जाते आ, बघियाड़ां की तरह जनता नूं लुट लुट खांदे आ। उल्टी वाड़ खेत को खाई, जिवें वाड़ बनाई तां राखी करन वास्ते हुंदी है, पर वो खेत नूं ही खत्म करा देवे। उही हाल राजियां दा, वजीरां दा, मंत्रियां दा जदों हो जांदा, ऐसा ही हाल जदों माड़ियां सरकारां दा हो जांदा, जनता नूं खत्म करन ते तुल जांदे आ। जिवें कारू दे रोम देश विच कारू दे कारण सारी खलकत दुखी हो गई सी, किसी कोले कोई 1 रुपया नहीं सी रहा, सारा पैसा उन्हें अपने घरां दे विच जमा कर दिता। उस वेले धन गुरु नानक परमेश्वर का भेजिया होया बदल, बदल की करता है, मीह पा के गर्मी नूं दूर करता है, तो परमेश्वर अपने प्यारियां नूं भेजदा बदलों की न्याई।
ਬੱਦਲਾਂ ਨੂੰ ਵੀ ਉਹੀ ਭੇਜਦਾ। ਪ੍ਰੀਤਮ ਜੀ ਦਾ ਬਚਨ ਹੈ ਇੱਕ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਜਦੋਂ ਅੰਮ੍ਰਿਤ ਵੇਲੇ ਬਬੀਹੇ ਨੇ ਪੁਕਾਰ ਕੀਤੀ, ਪਰਮੇਸ਼ਰ ਦਾ ਨਾਮ ਲਿਆ, ਪਰਮੇਸ਼ਰ ਨੇ ਉਹਦੀ ਆਵਾਜ਼ ਸੁਣੀ ਤਾਂ ਮੇਘੈ ਨੋ ਫਰਮਾਨ ਹੋਆ, ਵਰਸੋ ਕਿਰਪਾ ਧਾਰ। ਤਾਂ ਉਸ ਵੇਲੇ ਫਿਰ ਅਕਾਲ ਪੁਰਖ ਨੇ ਬੱਦਲਾਂ ਨੂੰ, ਮੀਂਹ ਨੂੰ ਹੁਕਮ ਦਿੱਤਾ ਕਿ ਹੁਣ ਤੁਸੀਂ ਵਰਸਣਾ ਕਰੋ, ਸੰਸਾਰ ਦੇ ਵਿੱਚ ਜਾ ਕੇ ਵਰਤਣਾ ਕਰੋ ਤਾਂ ਕਿ ਸ੍ਰਿਸ਼ਟੀ ਨੂੰ ਸੁੱਖ ਆਵੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦੇ ਦਰ 'ਤੇ ਪੁਕਾਰਾ ਕਰਾਂਗੇ ਤੇ ਉਦੋਂ ਉਹ ਵੀ ਸਾਡੀ ਪੁਕਾਰ ਸੁਣਦਾ। ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ ਦੀ ਤਰ੍ਹਾਂ, ਬਬੀਹਾ ਜਦੋਂ ਉਸ ਨੂੰ ਪਿਆਸ ਲੱਗਦੀ ਹੈ ਤਾਂ ਦਿਨ ਰਾਤ ਲਗਾਤਾਰ ਪੀਓ ਪੀਓ ਦੀ ਰੱਟ ਲਾਈ ਰੱਖਦਾ। ਤਾਂ ਉਹ ਦਿਆਲੂ ਕਿਰਪਾਲੂ ਦਇਆ ਦੇ ਘਰ ਆ ਕੇ ਮੀਂਹ ਨੂੰ ਹੁਕਮ ਦਿੰਦਾ, ਜਾਓ ਪਪੀਹੇ ਬੜੇ ਪਿਆਸੇ ਆ, ਉਹਨਾਂ ਨੂੰ ਜਲ ਛਕਾਓ। ਤਾਂ ਮੀਂਹ ਪੈ ਜਾਂਦਾ। ਜਿਸ ਵੇਲੇ ਦੁਨੀਆ ਤੜਫਦੀ ਹੈ, ਦੁਨੀਆ ਦੁਖੀ ਹੁੰਦੀ ਆ, ਉਸ ਵੇਲੇ ਪਰਮੇਸ਼ਰ ਪੁਕਾਰ ਸੁਣਦਾ ਹੈ ਤੇ ਆਪਣੇ ਪਿਆਰਿਆਂ ਨੂੰ ਭੇਜਦਾ, ਆਪਣੇ ਗੁਰਮੁਖਾਂ ਨੂੰ, ਸਾਧੂਆਂ ਨੂੰ, ਬ੍ਰਹਮ ਗਿਆਨੀ ਰੂਹਾਂ ਨੂੰ, ਨਾਮ ਦੇ ਰਸੀਆਂ ਨੂੰ ਦੁਨੀਆ ਵਿੱਚ ਭੇਜਦਾ ਹੈ ਵੀ ਜਾਓ ਤੁਸੀਂ ਦੁਨੀਆ ਦੇ ਦੁੱਖ ਦੂਰ ਕਰੋ। ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ, ਮੈਂ ਤੁਹਾਡੇ ਕੋਲ ਹੀ ਹਾਂ, ਫਿਕਰ ਨਾ ਕਰੋ। ਜਿਵੇਂ ਕੋਈ ਪਿਤਾ ਆਪਣੇ ਪੁੱਤਰ ਨੂੰ ਧੀਰਜ ਦਿੰਦਾ, ਮੈਂ ਤੇਰੇ ਨਾਲ ਹਾਂ, ਫਿਕਰ ਨਾ ਕਰ। ਜਿਵੇਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤ ਲੋਕ ਵਿੱਚ ਆਉਣ ਤੋਂ ਪਹਿਲਾਂ ਦੁਨੀਆ ਦਾ ਬੁਰਾ ਹਾਲ ਹੋ ਗਿਆ ਸੀ। ਮੁਗਲਾਂ ਦਾ ਰਾਜ ਸੀ ਇਸ ਭਾਰਤ ਵਰਸ਼ ਦੇਸ਼ਾਂ ਦੇ ਵਿੱਚ, ਔਰ ਉਹਨਾਂ ਨੇ ਇਹ ਤਹਈਆ ਕੀਤਾ ਸੀ ਕਿ ਸਾਰਿਆਂ ਨੂੰ ਅਸੀਂ ਮੁਗਲ ਮੁਸਲਮਾਨ ਬਣਾ ਦੇਣਾ। ਔਰ ਗੁਰੂ ਪਿਆਰਿਓ, ਔਰੰਗਜ਼ੇਬ ਨੇ ਇਸ ਕੰਮ ਨੂੰ ਬੜੇ ਵੱਡੇ ਪੱਧਰ 'ਤੇ ਸ਼ੁਰੂ ਕਰ ਦਿੱਤਾ। ਕਸ਼ਮੀਰ ਵਾਲੇ ਇਲਾਕੇ ਵਿੱਚ ਬੜੇ ਗੁਣੀ ਗਿਆਨੀ ਹਿੰਦੂ ਮਤ ਦੇ ਬ੍ਰਾਹਮਣ ਵਸਦੇ ਸਨ, ਵੇਦਾਂ ਦੇ ਵਕਤੇ ਵਸਦੇ ਸਨ, ਜਿਹੜੇ ਕਿ ਉਹਨਾਂ ਵੇਦਾਂ ਦਾ ਪ੍ਰਚਾਰ ਕਰਦੇ ਸੀ, ਜਿਸ ਨੂੰ ਸੁਣ ਕੇ ਸੰਸਾਰ ਜਿਹੜਾ ਹਿੰਦੂ ਮਤ ਵਿੱਚ ਪਹੁੰਚਦਾ ਸੀ। ਤੇ ਕਸ਼ਮੀਰ ਦਾ ਸੂਬੇਦਾਰ ਨੇ ਔਰੰਗਜ਼ੇਬ ਨੂੰ ਕਹਿਤਾ ਵੀ ਇਸ ਇਲਾਕੇ ਵਿੱਚ ਜਿਹੜੇ ਆ ਨਾ ਪ੍ਰਚਾਰਕ ਬਹੁਤ ਹੈ ਹਿੰਦੂਆਂ ਦੇ। ਤੇ ਔਰੰਗਜ਼ੇਬ ਕਹਿੰਦਾ ਵੀ ਇਹਨਾਂ ਨੂੰ ਖਤਮ ਕਰੋ ਜਾਂ ਇਹਨਾਂ ਨੂੰ ਮੁਸਲਮਾਨ ਬਣਾ ਲਓ। ਤੇ ਕਸ਼ਮੀਰ ਦੇ ਇਲਾਕੇ ਦੇ ਵਿੱਚ ਫਿਰ ਉੱਥੋਂ ਦੇ ਸੂਬੇਦਾਰਾਂ ਨੇ, ਮੁਗਲ ਅਹਿਲਕਾਰਾਂ ਨੇ ਇਹ ਕੰਮ ਉੱਥੇ ਸ਼ੁਰੂ ਕਰ ਦਿੱਤਾ। ਉਹਨਾਂ ਬ੍ਰਾਹਮਣਾਂ ਨੂੰ ਧੱਕੇ ਦੇ ਨਾਲ ਮੁਸਲਮਾਨ ਬਣਾਇਆ ਜਾਣ ਲੱਗਿਆ। ਪਹਿਲਾਂ ਉਹਨਾਂ ਨੇ ਇਹ ਕੰਮ ਪਿੰਡਾਂ ਵਿੱਚੋਂ ਸ਼ੁਰੂ ਕੀਤਾ, ਕਿਉਂਕਿ ਪਿੰਡਾਂ ਦੇ ਲੋਕ ਭੋਲੇ ਭਾਲੇ ਹੁੰਦੇ ਆ।
ਮਜ਼ਦੂਰ ਹੁੰਦੇ ਆ, ਥੋੜ੍ਹਾ ਲਾਲਚ ਦਿੱਤਾ ਤਾਂ ਸੋਚਦੇ ਆ ਫਿਰ ਕੀ ਹੋ ਜੂ ਜੇ ਧਰਮ ਬਦਲ ਲਵਾਂਗੇ ਤਾਂ ਰੋਟੀ ਸੁੱਕੀ ਸੌਖੀ ਖਾਵਾਂਗੇ। ਇਸ ਤਰ੍ਹਾਂ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਔਰ ਉਹਨਾਂ ਦੇ ਜਨੇਊ ਲਾ ਲਾ ਕੇ ਇਕੱਠੇ ਕਰਨੇ ਸ਼ੁਰੂ ਕੀਤੇ। ਤੇ ਔਰੰਗਜ਼ੇਬ ਸ਼ਾਮਾਂ ਨੂੰ ਸਭ ਤੋਂ ਰਿਪੋਰਟ ਮੰਗਦਾ ਕਿੰਨੇ ਬਣੇ। ਹੁਣ ਜਿਹੜੀ ਗਿਣਤੀ ਹੁੰਦੀ ਸੀ ਉਹ ਤਾਂ ਟੱਪ ਜਾਂਦੀ ਹਜ਼ਾਰਾਂ ਤੋਂ, ਗਿਣਤੀ ਤੋਂ ਬਾਹਰ ਗੱਲ ਹੋ ਜਾਂਦੀ। ਵਾਸੋ ਜੇ ਲੜੇ ਲਾਹੇ ਹੋਏ ਉਹਨਾਂ ਦੇ ਗਲਾਂ 'ਚੋਂ ਜਨੇਊ ਹੁੰਦੇ ਰੂੰ ਦਾ ਧਾਗਾ, 2, 4, 5 ਗ੍ਰਾਮ ਦਾ, ਤਾਂ ਉਹ ਧਾਗੇ ਨੂੰ ਤੋਲਿਆ ਜਾਂਦਾ। ਉਹਨਾਂ ਧਾਗਿਆਂ ਨੂੰ ਇਕੱਠੇ ਕਰਕੇ ਤੋਲਿਆ ਜਾਂਦਾ ਤੇ ਕਹਿੰਦੇ ਆਥਣ ਤੱਕ ਔਰੰਗੇ ਦੇ ਕੋਲ ਰਿਪੋਰਟ ਪਹੁੰਚਦੀ ਵੀ 1.25 ਮਣ ਜਨੇਊ ਲਾਤਾ। ਹੁਣ ਹਿਸਾਬ ਲਾ ਲਓ, 1.25 ਮਣ 40 ਸੇਰ ਦਾ ਮਣ ਤੇ 10 ਸੇਰ ਹੋਰ 50 ਸੇਰ। 50 ਸੇਰ ਪੱਕੀ ਰੂਹ ਕਿੱਥੇ ਜਾਂਦੀ ਆ? ਤਾਂ ਗੁਰੂ ਪਿਆਰਿਓ, ਇੰਨੀ ਰੂਹ ਭਾਵ ਇੰਨੇ ਜਨੇਊ ਇਕੱਠੇ ਹੋ ਜਾਂਦੇ ਜਿਸ ਦੀ ਗਿਣਤੀ ਲੱਖਾਂ ਤੋਂ ਟੱਪ ਜਾਂਦੀ ਹੈ। ਫਿਰ ਕਹਿੰਦੇ ਔਰੰਗਾ ਖੁਸ਼ ਹੁੰਦਾ ਤੇ ਰੋਟੀ ਖਾਂਦਾ ਸ਼ਾਮਾਂ ਦੀ। ਅਕਾਲ ਪੁਰਖ ਦੇ ਦਰ ਦੇ ਉੱਤੇ ਉਸ ਵੇਲੇ ਪੁਕਾਰਾਂ ਗਈਆਂ। ਕਸ਼ਮੀਰ ਦੇ ਬਹੁਤੇ ਕੱਟੜ ਹਿੰਦੂਆਂ ਨੇ ਔਰੰਗੇ ਦੀ ਗੱਲ ਨਾ ਮੰਨੀ। ਉਹਨਾਂ ਨੇ ਉਹਨਾਂ ਤੋਂ ਸਮਾਂ ਮੰਗਿਆ ਕਿ ਸਾਨੂੰ ਕੋਈ ਸਮਾਂ ਦਿੱਤਾ ਜਾਵੇ, ਅਸੀਂ ਸਲਾਹ ਕਰਕੇ ਦੱਸਾਂਗੇ। ਉਸ ਸਮੇਂ ਦੇ ਦੌਰਾਨ ਉਹਨਾਂ ਨੇ ਆਪਸ ਵਿੱਚ ਸਲਾਹ ਮਸ਼ਵਰੇ ਕੀਤੇ ਤਾਂ ਉਹਨਾਂ ਨੇ ਇਹ ਸੋਚਿਆ ਵੀ ਹੁਣ ਸਾਨੂੰ ਹੋਰ ਕੋਈ ਨਹੀਂ ਬਚਾ ਸਕਦਾ, ਸਾਨੂੰ ਗੁਰੂ ਨਾਨਕ ਦਾ ਘਰ ਹੀ ਬਚਾ ਸਕਦਾ ਹੈ। ਕਿਉਂ ਨਾ ਆਪਾਂ ਉਹਨਾਂ ਦੀ ਸ਼ਰਨ ਵਿੱਚ ਜਾਈਏ। ਵੈਸੇ ਲੋਕ ਬੜੇ ਸਵਾਰਥੀ ਹੈ, ਜਦੋਂ ਕੰਮ ਪੈਂਦਾ ਬੜਾ ਮਿੱਠਾ ਬੋਲਦੇ ਆ, ਜਦੋਂ ਕੰਮ ਨਿਕਲ ਜਾਂਦਾ ਫਿਰ ਤੂੰ ਕੌਣ ਤੇ ਮੈਂ ਕੌਣ। ਇਵੇਂ ਸਰਕਾਰਾਂ ਵੋਟਾਂ ਵੇਲੇ ਕਰਦੀਆਂ। ਜਦੋਂ ਵੋਟਾਂ ਲੈ ਕੇ ਸਰਕਾਰ ਬਣਾਉਣੀ ਹੁੰਦੀ ਹੈ ਫਿਰ ਬੜੀਆਂ ਸੰਸਾਰ ਨੂੰ ਸਬਜ਼ ਬਾਗ ਵਿਖਾਉਂਦੇ ਆ, ਬੜੀਆਂ ਆਫਰਾਂ ਦਿੰਦੇ ਆ, ਐਂ ਕਰ ਦਿਆਂਗੇ ਉਹ ਕਰ ਦਿਆਂਗੇ। ਪਰ ਜਦੋਂ ਕੁਰਸੀ 'ਤੇ ਬਹਿ ਜਾਂਦੇ ਆ ਫਿਰ ਭੁੱਲ ਜਾਂਦੇ ਆ। ਇਸੇ ਤਰ੍ਹਾਂ ਹੀ ਇਹਨਾਂ ਲੋਕਾਂ ਨੇ ਜਿਸ ਵੇਲੇ ਸਲਾਹ ਕੀਤੀ ਵੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਚੱਲੀਏ, ਪਰ ਗੁਰੂ ਦਾ ਸਾਡੇ ਦਾ ਇੱਕ ਸੁਭਾਅ ਹੈ ਕਿ ਜਿਹੜਾ ਸ਼ਰਨ ਵਿੱਚ ਆ ਗਿਆ ਉਹਦੀ ਬਾਂਹ ਫੜਨੀ। ਜੰਗ ਦੇ ਮੈਦਾਨਾਂ ਵਿੱਚ ਵੀ ਜਿੱਥੇ ਧਰਮ ਦਾ ਜੰਗ ਹੁੰਦਾ ਹੈ ਉੱਥੇ ਜੇ ਦੁਸ਼ਮਣ ਸ਼ਰਨ 'ਚ ਪੈ ਗਿਆ, ਜੇ ਦੁਸ਼ਮਣ ਨੇ ਹਥਿਆਰ ਸਿੱਟ ਦਿੱਤੇ ਤੇ ਉਹਨੂੰ ਮਾਰਨ ਤੋਂ ਰੁਕ ਜਾਂਦੀ ਹੈ ਦੂਜੀ ਫੌਜ। ਇਸੇ ਤਰ੍ਹਾਂ ਗੁਰੂ ਦਾ ਸੁਭਾਅ ਹੈ, ਜੋ ਸ਼ਰਨ ਆਵੈ ਤਿਸ ਕੰਠ ਲਗਾਵੈ, ਇਹ ਬਿਰਧ ਸੁਆਮੀ ਸੰਧਾ। ਇਹ ਸਾਡੇ ਮਾਲਕ ਦਾ ਸੁਭਾਅ ਹੈ। ਤੇ ਜਿਸ ਵੇਲੇ ਆ ਕੇ ਕਸ਼ਮੀਰ ਦੇ ਪੰਡਤਾਂ ਨੇ ਇਕੱਠੇ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਤਿਗੁਰੂ ਤੇਗ ਬਹਾਦਰ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਸਾਡਾ ਧਰਮ ਨੂੰ ਖਤਰਾ ਹੈ, ਸਾਡਾ ਧਰਮ ਬਚਾਓ। ਔਰੰਗਜ਼ੇਬ ਮੁਗਲ ਹੈ ਜਿਹੜਾ ਹੈ ਮੁਸਲਮਾਨ, ਉਹ ਸਾਡੇ ਧਰਮ ਨੂੰ ਖਤਮ ਕਰਨ 'ਤੇ ਤੁਲਿਆ ਤੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦਾ ਕਤਲੇਆਮ ਕਰਦਾ ਜਾ ਰਿਹਾ, ਕਿਸੇ ਨੂੰ ਮੁਸਲਮਾਨ ਬਣਾਉਂਦਾ ਜਾ ਰਿਹਾ। ਬਹੁਤ ਸਾਰੇ ਲੋਕਾਂ ਨੇ ਉਸ ਵੇਲੇ ਗੁਰੂ ਪਿਆਰਿਓ ਜਾਨ ਬਚਾਉਣ ਵਾਸਤੇ ਆਪਣੇ ਕੇਸ ਕਟਾ ਦਿੱਤੇ, ਘੋਣ ਮੋਣ ਹੋ ਗਏ, ਨਿਸ਼ਾਨੀ ਤੌਰ 'ਤੇ ਉਹਨਾਂ ਨੇ ਬੋਦੀਆਂ ਰੱਖ ਲਈਆਂ।
ਬੋਧੀ ਇਹ ਦੱਸਦੀ ਹੈ ਕਿ ਇਹਨਾਂ ਦੇ ਵੱਡਿਆਂ ਦੇ ਪਹਿਲਾਂ ਕੇਸ ਹੁੰਦੇ ਸੀ। ਬੋਧੀਆਂ ਇਸ ਕਰਕੇ ਰੱਖ ਲਈਆਂ ਕਿ ਸਾਰਿਆਂ ਨੂੰ ਇੱਕ ਦੂਜੇ ਨੂੰ ਪਤਾ ਲੱਗ ਜਾਵੇ ਵੀ ਸਾਡਾ ਭਾਈਚਾਰਾ ਹੀ ਹੈ, ਵੀ ਇਹ ਸਾਡਾ ਭਾਈਚਾਰਾ ਹੀ ਹੈ। ਇੱਕ ਨਿਸ਼ਾਨੀ ਜੀ ਰੱਖੀ ਸੀ ਉਹਨਾਂ ਨੇ। ਹੌਲੀ ਹੌਲੀ ਉਹਨਾਂ ਨੇ ਬੋਧੀ ਨੂੰ ਵੀ ਧਰਮ ਬਣਾ ਲਿਆ। ਖੈਰ, ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹੁਕਮ ਦਿੱਤਾ ਵੀ ਤੁਹਾਡਾ ਧਰਮ ਵੱਧ ਸਕਦਾ ਹੈ ਜੇ ਕੋਈ ਯੋਧਾ, ਸੂਰਮਾ, ਛਤਰੀ ਔਰ ਤਪੱਸਿਆ ਵਾਲਾ ਵੀ ਹੋਵੇ, ਭਜਨ ਬੰਦਗੀ ਵਾਲਾ ਵੀ ਹੋਵੇ, ਯੋਧਾ ਵੀ ਹੋਵੇ। ਉਹ ਜਾ ਕੇ ਤੁਹਾਡੇ ਥਾਂ 'ਤੇ ਔਰੰਗਜ਼ੇਬ ਨਾਲ ਅੜੇ ਤਾਂ ਉਹਨੂੰ ਰੋਕਿਆ ਜਾ ਸਕਦਾ ਹੈ। ਕਹਿੰਦੇ ਜਿਸ ਵੇਲੇ ਵਿਚਾਰਾਂ ਚੱਲ ਰਹੀਆਂ ਸਨ, ਉਸ ਵੇਲੇ ਉਹਨਾਂ ਦੇ ਸਪੁੱਤਰ ਗੁਰੂ ਗੋਬਿੰਦ ਰਾਏ ਬਾਲਾ ਪ੍ਰੀਤਮ, ਜੋ ਉਸ ਵੇਲੇ ਕੋਈ 9 ਸਾਲ ਦੀ ਉਮਰ ਦੇ ਸਨ, ਤਾਂ ਇਹਨਾਂ ਨੂੰ ਇਸੇ ਕੰਮ ਲਈ ਹੀ ਭੇਜਿਆ। ਪਾਰ ਬ੍ਰਹਮ ਪ੍ਰਭ ਮੇਘ ਪਠਾਇਆ, ਜਲ ਥਲ ਮਹੀਅਲ ਦੈ ਦਿਸ ਵਰਸਾਇਆ, ਸ਼ਾਂਤ ਭਈ ਬੁਝੀ ਸਭ ਤ੍ਰਿਸ਼ਨਾ, ਆਨੰਦ ਭਇਆ ਸਭ ਠਾਈ ਜੀਓ। ਦੁਨੀਆ ਦੀ ਸ਼ਾਂਤੀ ਭੰਗ ਹੋ ਗਈ ਸੀ, ਦੁਨੀਆ ਦਾ ਸੁੱਖ ਆਨੰਦ ਖਤਮ ਹੋ ਗਿਆ ਸੀ, ਤੇ ਅਕਾਲ ਪੁਰਖ ਨੇ ਦੇਖਿਆ ਵੀ ਹੁਣ ਇਹ ਸੰਸਾਰ ਦੇ ਲੋਕਾਂ ਨੂੰ ਕੌਣ ਸੁੱਖ ਦੇ ਸਕਦਾ ਹੈ, ਕਿਹਨੂੰ ਭੇਜਾਂ ਜਿਹੜਾ ਇਸ ਔਰੰਗਜ਼ੇਬ ਦਾ ਮੁਕਾਬਲਾ ਕਰੇ, ਇਹਨੂੰ ਰੋਕੇ। ਧੰਨ ਧੰਨ ਅਕਾਲ ਪੁਰਖ ਪਰਮੇਸ਼ਰ ਦਾ ਧਿਆਨ ਜਿਹੜਾ ਫਿਰ ਗੋਬਿੰਦ ਰਾਏ ਤੇ ਭਾਵ ਦੁਸ਼ਟ ਦਮਨ ਜੋ ਤਪੱਸਿਆ ਵਿੱਚ ਬੈਠਾ ਸੀ ਉਸ ਵੇਲੇ ਹੇਮਕੁੰਟ ਦੀਆਂ ਪਹਾੜੀਆਂ 'ਤੇ। ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸ਼ੋਭਤ ਹੈ ਤਹਾਂ, तह हम अधिक तपस्या साधी, महाकाल काल का आराधी। करत तपस्या जब हम भयो दवैते, एक रूप होए गयो, भजन बंदगी तपस्या करदा मैं परमेश्वर नाल एकमिक हो गया। ते परमेश्वर ने मैनू ही ड्यूटी ला दी, जाए जहाँ ते धर्म बिथारो, दुष्ट दोखीअन पकड़ पछारो। जाओ गोबिंद राय, दुष्ट दमन तू जा। ਜਿਹੜੇ ਦੁਸ਼ਟ ਲੋਕ ਦੁਨੀਆ ਨੂੰ ਦੁੱਖ ਦੇ ਰਹੇ ਆ, ਇਹਨਾਂ ਦਾ ਖਾਤਮਾ ਕਰ ਔਰ ਜਨਤਾ ਨੂੰ ਸੁੱਖ ਦੇਹੋ। ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਦੱਸਦੇ ਹੈ ਕਿ ਮੈਂ ਪਰਮੇਸ਼ਰ ਅੱਗੇ ਬੇਨਤੀ ਕੀਤੀ, ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੇ ਜਬ ਤੁਮ ਕਰੋ ਸਹਾਏ। ਵੀ ਐਡਾ ਵੱਡਾ ਕੰਮ ਇਹ ਮੈਥੋਂ ਨਹੀਂ ਹੋ ਸਕਦਾ ਹੈ ਤੁਹਾਡੀ ਸਹਾਇਤਾ ਦੀ ਲੋੜ ਹੈ, ਤੁਹਾਨੂੰ ਮਦਦ ਕਰਨੀ ਪੈਣੀ ਹੈ ਮੇਰੇ ਪਿੱਛੇ। ਉਸ ਵੇਲੇ ਪਰਮੇਸ਼ਰ ਨੇ ਫਿਰ ਕਿਹਾ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਮੈਂ ਤੇਰੇ ਨਾਲ ਆ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ। ਮਤਲਬ ਤੇਰਾ ਐਦਾਂ ਖਿਆਲ ਰੱਖਾਂਗਾ ਜਿਵੇਂ ਕੋਈ ਆਪਣੇ ਪੁੱਤਰ ਦਾ ਖਿਆਲ ਰੱਖਦਾ, ਐਂ ਖਿਆਲ ਰੱਖੂੰਗਾ। तो मानो गुरु गोबिंद सिंह जी नूं दुष्ट दमन नूं एक पार ब्रह्म प्रभ मेघ पठाया, बदल दी न्याई भेजिया। जिवें बदल आउंदे आ पानी लैके मींह वरसा दिंदे आ, जनता नूं शांति मिल जाती है। तो परमेश्वर ने हुण किहनूं भेजिया? दुष्ट दमन नूं संसार विच सुख वरताउण लई। ਤੇ ਜਿਸ ਵੇਲੇ ਦੁਸ਼ਟ ਦਮਨ ਜੀ ਦਾ ਅਵਤਾਰ ਸਤਿਗੁਰੂ ਤੇਗ ਬਹਾਦਰ ਜੀ ਦੇ ਘਰ ਹੋਇਆ, ਇਹਨਾਂ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ। ਅੱਜ 9 ਸਾਲਾਂ ਦੇ ਹੈ ਤੇ ਤੜਫਦੇ ਹੋਏ ਇਹ ਕਸ਼ਮੀਰ ਦੇ ਬ੍ਰਾਹਮਣ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਖੜੇ ਰੋ ਰਹੇ ਹੈ। ਤੇ ਬਾਲਾ ਪ੍ਰੀਤਮ ਆਪਣੇ ਕੰਮ ਨੂੰ ਜਾਣਦੇ ਹੈ ਕਿ ਮੈਨੂੰ ਕਾਹਦੇ ਲਈ ਭੇਜਿਆ, ਮੈਂ ਉਹ ਕੰਮ ਕਰਨਾ, ਸੰਸਾਰ ਨੂੰ ਸੁੱਖ ਦੇਣਾ। ਤੇ ਪੁੱਛਿਆ, ਪ੍ਰੀਤਮ
पिता तेग बहादुर महाराज जी ये क्यों रो रहे न? कहते इन्हां दे धर्म नूं खतरा है, इस नूं बचाउण दे लई ये साडी शरण विच आए आ। ते बाला प्रीतम गोबिंद राय जी कहते फिर तुसीं करो किरपा इन्हां ते, की हो सकदा है? कहते पुत्रा कोई छतरी योधा धर्मी तपस्वी भजन बंदगी वाला होवे, इन्हां दे थां ते जाके औरंगजेब नाल अड़े, फिर इन्हां दे धर्म नूं रोक बचाया जा सकदा है, औरंगजेब नूं रोकिया जा सकदा है। ते बाला प्रीतम गोबिंद राय जो जानते हैं कि पिछले 3 युगों तो गुरु तेग बहादुर ते गुरु गोबिंद सिंह जी प्यो पुत ही बनते आ रहे हैं। किसी समय दे विच ऋषि सन और बाला प्रीतम दुष्ट दमन सी, ये उन्हों के सेवक सन, उन्हों के पुत्र सन। उस वेले भी जिस वेले कहते दैंतां ते देवतियां की लड़ाई हुई, उदों भी इन्होंने रक्षा की। दैंत ते देवते का मतलब कोई दूजे लोक दीयां कहानियां नहीं। इसे संसार दे विच धर्मियां नूं देवते कहा जाता है, माड़ियां सरकारां माड़े लोकां नूं दैंत कहा जाता है, माड़े लोगों को दैंत कहा जाता है। यदै यदै धर्म गलानी अस्त, कृष्ण जी अपनी गीता विच कहते हैं जदों जदों धर्म दे विच गिरावट आउंदी है, भाव लोकां दे विचों धर्म खत्म होण लगदा है ते अधर्मी लोग धर्मियां नूं खत्म करन लग जांदे ने, जदों उदों उदों मैनूं कोई अवतार धार के रक्षा करनी पैंदी है। चाहे वह त्रेते दा जंग होवे, चाहे द्वापर दा कुरुक्षेत्र दा जंग होवे, इस तरह चाहे वह औरंगजेब दा समा होवे। भट्टा ने भी लिखिया सवैयां विच, सरयुग तै माणियो छलियो बलवावन भायो, त्रेता तै माणियो राम रघुवंश कहायो, द्वापर कृष्ण मुरार कंस किरतार्थ कियो, उग्र सैन को राज अप है पद दियो। तो इस तरह समय समय ते परिपूर्ण परमेश्वर परमात्मा जिहड़ा है अज गुरु नानक बन के दुनिया में आया। 9वां जामा गुरु तेग बहादुर जी उन्हां दा। तो बाला प्रीतम गोबिंद राय ने गुरु पिता नूं हुक्म दिता, बेनती की, पिता जी फिर तुसी ही जाओ, तुहाडे तो वड्डा किहड़ा धर्मी हो सकदा? तुहाडी 3 युगों की तपस्या है, तुसी ये काम कर सकते हो। तो गुरु तेग बहादुर जी ने जा करके औरंगे नूं रोकना चाहया, रोकना कीता। भावें कि औरंगजेब ने गल नहीं मन्नी, उल्टा गुरु तेग बहादुर जी नूं ही मुसलमान बनाउण नूं फिरदा सी। ते धन धन श्री गुरु तेग बहादुर महाराज जी ने उत्थे अनेकां कौतक भी कीते। औरंगजेब ना मन्निया, अखीर औरंगे ने अपने जुल्म की हद मुका के गुरु तेग बहादुर जी को शहीद कर दिता, जिस दे कारण भारत वर्ष विचों मुगलों की जड़ पट्टी गई। फिर उस तो बाद 10वें पातशाह ने जंग युद्ध किए, जुल्म का नाश करने लई जालमां नूं मारना शुरू किया। तो मैं जो आज शब्द आरंभ किया, इसका मतलब केवल मीह पाउणा ही नहीं है, समय समय ते अवतारां नूं भेजना यह भी एक मीह दी न्याई हुंदा। पार ब्रह्मपुरा मेघ पठाया, परमेश्वर ने बदलां नूं भेजिया। जल थल महीअल दह दिस वरसाया, सारी धरती दे उत्ते शांति वरताओ। उन्होंने जिथे पानी सी उत्थे भी मीह पाया, जिथे नहीं पानी सी उत्थे भी मीह पाया। भाव मीह जो पैंदा दरियावां च भी पैंदा है ते थलां च भी पैंदा है, सुक्की धरती ते भी पैंदा है। जल थल महीअल, सारी धरती ते आकाशां तो मीह वरतदा है। ते गुरु नानक ने 10 जामियां विच संसार का भरमण करके पहले जामे में 4 उदासियां लाइया, दूजे जामिया विच भी प्रचार किया। गुरु तेग बहादुर जी के भी 2 दौरे आ प्रचार दे।
ਪਹਿਲਾ ਦੌਰਾ ਜਦੋਂ ਗੁਰਤਾ ਗੱਦੀ ਮਿਲੀ ਬਕਾਲਾ ਸਾਹਿਬ ਤੋਂ ਚੱਲੇ ਤੇ ਜਾ ਕੇ ਆਨੰਦਪੁਰ ਸਾਹਿਬ ਵਸੇ। ਫਿਰ ਅਸਾਮ ਦੇ ਵੱਲ ਗਏ ਰਾਜਾ ਜੈ ਸਿੰਘ ਦੇ ਨਾਲ, ਅਸਾਮ ਦੇ ਰਾਜੇ ਨੂੰ ਸਮਝਾਉਣ ਵਾਸਤੇ ਪ੍ਰਚਾਰ ਦੇ ਕਾਰਨ। ਫਿਰ ਦੂਸਰਾ ਦੌਰਾ ਉਹਨਾਂ ਦਾ ਆਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਜਾਣਾ ਹੈ। ਇਸ ਤਰ੍ਹਾਂ ਸਮੇਂ ਸਮੇਂ 'ਤੇ ਗੁਰੂਆਂ ਨੇ ਪ੍ਰਚਾਰ ਕੀਤਾ। ਨਾਨਕ ਦੀ ਜੋਤ ਨੇ, ਪਰਮੇਸ਼ਰ ਦੇ ਸਰੂਪ ਨੇ ਦਸਾਂ ਜਾਮਿਆਂ ਵਿੱਚ ਵਰਤ ਕੇ ਸੰਸਾਰ ਨੂੰ ਸੁੱਖ ਵਰਤਾਏ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਪਲੋਆ। ਸਿੰਘ ਬੁੱਕੈ ਮਿਰਗਾਵਲੀ ਭੰਨੀ, ਜਾਏ ਨਾ ਧੀਰ ਧਰੋਆ, ਕਲ ਵਿੱਚ ਗੁਰਮੁਖ ਪ੍ਰਗਟ ਹੋਆ। ਕਲਯੁਗ ਦੇ ਭਿਆਨਕ ਸਮੇਂ ਵਿੱਚ ਪਰਮੇਸ਼ਰ ਪ੍ਰਗਟ ਹੋਇਆ ਗੁਰਮੁਖ ਦੇ ਰੂਪ 'ਚ, ਭਾਵ ਗੁਰੂ ਦੇ ਰੂਪ 'ਚ। ਪ੍ਰੀਤਮ ਜੀ ਕਹਿੰਦੇ, ਪਾਰ ਬ੍ਰਹਮ ਪ੍ਰਭ ਮੇਘ ਪਠਾਇਆ। ਪਰਮੇਸ਼ਰ ਨੇ ਗੁਰੂ ਰੂਪ ਬਦਲਾਂ ਨੂੰ ਭੇਜਿਆ, ਜਿਨ੍ਹਾਂ ਨੇ ਆ ਕੇ ਜਲ ਥਲ ਮਹੀਅਲ ਦਹਿ ਦਿਸ ਵਰਸਾਇਆ। ਸਾਰੀ ਧਰਤੀ ਦੇ ਉੱਤੇ ਵਰਤਣਾ ਕੀਤਾ, ਵਰਸਣਾ ਕੀਤਾ, ਭਾਵ ਜਾਣਾ ਕੀਤਾ, ਪਹੁੰਚਣਾ ਕੀਤਾ। ਔਰ ਜਿਹੜੇ ਜੀਵ ਦੁਖੀ ਸਨ, ਜਿਸ ਸੰਸਾਰ ਦੇ ਵਿੱਚ ਕੂੜ ਅਮਾਵ ਸੱਚ ਚੰਦਰਮਾ ਦੀਸੈ ਨਾਹੀ ਕੈ ਚਰਿਆ। ਕੂੜ ਦੀ ਮੱਸਿਆ ਦਾ ਹਨੇਰਾ ਹੋ ਚੁੱਕਿਆ ਸੀ। ਹਨੇਰੇ ਤੋਂ ਲੋਕ ਬੜੇ ਡਰਦੇ ਸਨ, ਤੇ ਉਹ ਹਨੇਰਾ ਤਾਂ ਅਸੀਂ ਦੂਰ ਕਰ ਲਿਆ ਲਾਈਟਾਂ ਨਾਲ, ਅੱਗ ਦੇ ਨਾਲ, ਦੀਵੇ ਜਗਾ ਕੇ। ਪਰ ਜਿਹੜਾ ਝੂਠ ਦਾ ਹਨੇਰਾ ਉਹ ਹਜੇ ਤੱਕ ਵੀ ਦੂਰ ਨਹੀਂ ਹੋਇਆਗਾ। ਦੇਖੋ ਗੁਰੂ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ, ਸੰਸਾਰ ਨੂੰ ਸਿੱਧੇ ਰਸਤੇ ਪਾਇਆ, ਪਰ ਕਾਂਗਿਆਰੀ ਵਿੱਚ ਕਣਕ ਵਿੱਚ ਕਾਂਗਿਆਰੀ ਫਿਰ ਵੀ ਕਦੇ ਕਦੇ ਉੱਭਰ ਆਉਂਦੀ ਹੈ। ਕੂੜ ਅਮਾਵ ਸੱਚ ਚੰਦਰਮਾ ਦੀਸੈ ਨਾਹੀ ਕੈ ਚੜ੍ਹਿਆ। ਜਿਵੇਂ ਮੱਸਿਆ ਵਾਲੇ ਦਿਨ ਚੰਦਰਮਾ ਨਹੀਂ ਆਉਂਦਾ, ਉਸੇ ਤਰ੍ਹਾਂ ਹੀ ਅੱਜ ਸੰਸਾਰ ਦੇ ਵਿੱਚ ਕੋਈ ਸੱਚ ਬੋਲਣ ਵਾਲਾ ਨਹੀਂ ਸੀ, ਕੋਈ ਰਾਜਿਆਂ ਨੂੰ ਰੋਕਣ ਵਾਲਾ ਨਹੀਂ ਸੀ, ਕੋਈ ਬਾਬਰ ਨੂੰ ਜਾਬਰ ਕਹਿਣ ਵਾਲਾ ਨਹੀਂ ਸੀ, ਕੋਈ ਜ਼ੁਲਮ ਨੂੰ ਠੱਲ ਪਾਉਣ ਵਾਲਾ ਨਹੀਂ ਸੀ। ਤਾਂ ਉਸ ਵੇਲੇ ਫਿਰ ਅਕਾਲ ਪੁਰਖ ਨੂੰ ਫਿਕਰ ਪਿਆ, ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਨਿਰੰਕਾਰ ਨੇ ਨਾਨਕ ਦਾ ਆਕਾਰ ਧਾਰ ਕੇ ਦੁਨੀਆ ਵਿੱਚ ਆਉਣਾ ਕੀਤਾ। ਇਸ ਕਰਕੇ ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਜਦੋਂ ਉਸ ਨੇ ਪੁਕਾਰਾਂ ਸੁਣੀਆਂ ਧਰਤੀ ਦੀਆਂ, ਤਾਂ 10ਵੇਂ ਜਾਮੇ ਉਹਨਾਂ ਨੇ ਦੁਸ਼ਟ ਦਮਨ ਜੀ ਨੂੰ ਭੇਜਿਆ। ਫਿਰ ਉਹਨਾਂ ਨੇ ਤਾਂ ਸਿਰਾ ਹੀ ਲਾ ਦਿੱਤਾ। ਪਹਿਲਾਂ ਜੰਗਾਂ ਹੋਈਆਂ 14 ਵੱਡੀਆਂ ਵੱਡੀਆਂ, 3 ਛੋਟੀਆਂ, ਤੇ ਉਸ ਜ਼ੁਲਮ ਦੇ ਲੋਕਾਂ ਨੂੰ ਪਹਿਲਾਂ ਪਿਆਰ ਨਾਲ ਸਮਝਾਉਣਾ ਕੀਤਾ। ਪਹਿਲੇ ਜਾਮੇ ਤੋਂ ਲੈ ਕੇ 9ਵੇਂ ਜਾਮੇ ਤੱਕ, ਪਹਿਲਾਂ 5ਵੇਂ ਜਾਮੇ ਤੱਕ ਪਿਆਰ ਨਾਲ ਸਮਝਾਇਆ। 6ਵੇਂ ਨੇ ਫਿਰ 4 ਜੰਗਾਂ ਕੀਤੀਆਂ। ਔਰ 7ਵੇਂ ਪਾਤਸ਼ਾਹ ਨੂੰ 6ਵੇਂ ਨੇ ਹੁਕਮ ਦਿੱਤਾ ਕਿ ਪੁੱਤਰਾ ਤੂੰ ਜੰਗ ਨਹੀਂ ਕਰਨੀ, ਹੁਣ ਫੌਜ ਬਣਾ ਕੇ ਰੱਖਣੀ ਹੈ, ਫੌਜ ਖਤਮ ਨਹੀਂ ਕਰਨੀ। 2200 ਘੋੜ ਸਵਾਰ ਹਮੇਸ਼ਾ ਗੁਰੂ ਸਾਹਿਬ ਨਾਲ ਰਹਿੰਦਾ ਸੀ। ਫੌਜ ਬਣਾ ਕੇ ਰੱਖਣੀ ਹੈ, ਜੰਗ ਕਰਨ ਦੀ ਲੋੜ ਨਹੀਂ ਪੈਣੀ। ਜਿਹੜਾ ਤੇਰੇ ਉੱਤੇ ਚੜ੍ਹ ਕੇ ਆਵੇਗਾ ਉਹ ਆਪੇ ਰਾਹ 'ਚ ਹੀ ਮਾਰਿਆ ਜਾਵੇਗਾ। ਇੱਦਾਂ ਹੀ ਹੋਇਆ। 3-4 ਵਾਰੀ ਹਰ ਰਾਏ ਸਾਹਿਬ ਮਹਾਰਾਜ ਤੇ ਕੀਰਤਪੁਰ ਵਿਖੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸ਼ਾਹਜਹਾਂ ਨੇ, ਪਰ ਉਹ ਕਾਮਯਾਬ ਨਹੀਂ ਹੋਇਆ। ਰਸਤੇ ਵਿੱਚ ਕੋਈ ਵਿਘਨ ਪੈ ਜਾਂਦਾ ਔਰ ਫੌਜ ਉੱਥੇ ਖਤਮ ਹੋ ਜਾਂਦੀ ਜਾਂ ਪੁੱਠੀ ਮੁੜ ਜਾਂਦੀ। 8ਵੇਂ ਨੇ ਵੀ ਪ੍ਰਚਾਰ ਕੀਤਾ, 9ਵੇਂ ਨੇ ਵੀ ਪਿਆਰ ਨਾਲ ਸਮਝਾਉਣਾ ਚਾਹਿਆ, ਔਰੰਗਾ ਨਹੀਂ ਮੰਨਿਆ। ਫਿਰ 10ਵੇਂ ਨੂੰ ਤਲਵਾਰ ਚੱਕਣੀ ਪਈ। ਉਹਨਾਂ ਦਾ ਹੀ ਬਚਨ ਹੈ 10ਵੇਂ ਪਾਤਸ਼ਾਹ ਜੀ ਦਾ, ਚੌਕਾਰ ਅਜਾ ਹਮ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਕੋਈ ਹੱਥ ਨਾ ਬੰਨ੍ਹਿਆ ਨਾ ਮੰਨੇ, ਜਦੋਂ ਕੋਈ ਪਿਆਰ ਨਾਲ ਸਮਝਾਇਆ ਨਾ ਸਮਝੇ, ਫਿਰ ਉਦੋਂ ਤਲਵਾਰ ਚੱਕਣੀ ਜਾਇਜ਼ ਹੋ ਜਾਂਦੀ ਹੈ। ਫਿਰ ਪ੍ਰੀਤਮ ਨੇ ਤਲਵਾਰ ਚੱਕੀ ਤੇ ਲੋਕਾਂ ਨੂੰ ਤਲਵਾਰ ਦੇ ਨਾਲ ਸਮਝਾਉਣਾ ਕੀਤਾ। ਵਿਗੜੇ ਤਿਗੜੇ ਦਾ ਡੰਡਾ ਪੀਰ ਹੈ। ਫਿਰ ਇਸ ਤਰ੍ਹਾਂ ਸਤਿਗੁਰਾਂ ਨੇ ਮਾਨੋ ਮੀਂਹ ਦੀ ਨਿਆਈ ਆ ਕੇ ਸੰਸਾਰ ਨੂੰ ਸੁੱਖ ਵਰਤਾਇਆ। ਸ਼ਾਂਤ ਭਈ ਬੁਝੀ ਸ਼ਬ ਤ੍ਰਿਸ਼ਨਾ, ਆਨੰਦ ਭਇਆ ਸਭ ਠਾਈ ਜੀਓ। ਜਿਵੇਂ
ਆਸ਼ਾ ਤ੍ਰਿਸ਼ਨਾ ਈਰਖਾ ਦੋਈ ਦਵੈਤ ਦੀ ਅੱਗ ਵਿੱਚ ਬੰਦਾ ਦੁਖੀ ਹੁੰਦਾ। ਇਸੇ ਤਰ੍ਹਾਂ ਹੀ ਧਰਤੀ ਤੇ ਜ਼ੁਲਮ ਵੱਧਦਾ ਜਦੋਂ, ਉਦੋਂ ਵੀ ਜੀਵ ਜਨਤਾ ਦੁਖੀ ਹੁੰਦੀ ਹੈ। ਤਾਂ ਫਿਰ ਗਰਮੀ ਨੂੰ ਮੀਂਹ ਦੂਰ ਕਰਦਾ ਤੇ ਦੁੱਖਾਂ ਨੂੰ ਫਿਰ ਗੁਰੂ ਦੂਰ ਕਰਦਾ। ਇਸ ਕਰਕੇ ਉਸ ਮਾਲਕ ਦੇ ਨਾਲ ਜੁੜਨ ਲਈ ਫਿਰ ਗੁਰੂ ਆਪ ਗੁਰੂ ਬਣ ਕੇ ਆਇਆ। ਪਰਮੇਸ਼ਰ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਔਰ 10ਵੇਂ ਜਾਮੇ ਨੇ 39 ਸਾਲ ਜ਼ਿੰਦਗੀ ਦੇ ਪ੍ਰਚਾਰ ਕੀਤਾ, ਸੰਸਾਰ ਨੂੰ ਪਰਮੇਸ਼ਰ ਨਾਲ ਜੋੜਿਆ, ਜ਼ਾਲਮਾਂ ਨੂੰ ਮਾਰਨਾ ਕੀਤਾ, ਜ਼ੁਲਮ ਨੂੰ ਖਤਮ ਕੀਤਾ। ਤੇ ਅਖੀਰ ਤੇ ਉਹਨਾਂ ਨੇ ਜਾਂਦੇ ਜਾਂਦੇ ਸਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਲੜ ਲਾਇਆ ਵੀ ਬਾਣੀ ਪੜ੍ਹੋ, ਬਾਣੀ ਵਿੱਚ ਗਿਆਨ ਹੈ ਸਾਰਾ। ਸੁਖੀ ਜੀਵਨ ਬਤੀਤ ਕਰਨ ਦਾ ਇਸ ਬਾਣੀ ਦੇ ਨਾਲ ਜੁੜੋ। ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨ ਰੰਚਕ ਮਾਨ। ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿੱਤ ਲਾਏ। ਤਾਂ ਤੇ ਸਾਨੂੰ ਸਦਾ ਸਦਾ ਲਈ ਇੱਕ ਐਸਾ ਸਰੂਪ ਆਪਣਾ ਦੇ ਗਏ ਜਿਹੜਾ ਕਦੇ ਵੀ ਨਹੀਂ ਜਾਵੇਗਾ। ਹੁਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕਿਰਪਾ ਕੀਤੀ ਸਤਿਗੁਰ ਨੇ। ਸ਼ਾਂਤ ਭਈ ਬੁਝੀ ਸਭ ਤ੍ਰਿਸ਼ਨਾ, ਅੰਧ ਭਇਆ ਸਭ ਠਾਈ ਜੀਓ। ਸੁਖ ਦਾਤਾ ਦੁੱਖ ਭੰਜਨ ਹਾਰਾ। ਉਹ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ, ਦੁੱਖਾਂ ਨੂੰ ਖਤਮ ਕਰਨ ਵਾਲਾ ਗੁਰੂ ਪਰਮੇਸ਼ਰ ਆਪੇ ਬਖਸ਼ ਕਰੇ ਜੀ ਸਾਰਾ। ਇਹ ਸਾਰੇ ਜੀਵਾਂ ਨੂੰ ਸਾਜਣ ਵਾਲਾ ਵੀ ਉਹ ਹੈ, ਸੰਭਾਲਣ ਵਾਲਾ ਵੀ ਉਹ ਹੈ। ਇੱਕ ਪਿਤਾ ਜਿਸ ਨੇ ਬੱਚਿਆਂ ਨੂੰ ਪੈਦਾ ਕੀਤਾ ਹੈ, ਉਹਨਾਂ ਦੀ ਸੰਭਾਲ ਵੀ ਤਾਂ ਕਰਦਾ ਨਾ। ਆਪਾਂ ਛੋਟੇ ਛੋਟੇ ਆਪਣੇ ਪਰਿਵਾਰ ਦੇ ਰੱਬ ਹਾਂ, ਪਰਿਵਾਰ ਸਾਡੇ 'ਤੇ ਡਿਪੈਂਡ ਹੈ ਤੇ ਸਾਰੀ ਸ੍ਰਿਸ਼ਟੀ ਪਰਮੇਸ਼ਰ 'ਤੇ ਡਿਪੈਂਡ ਹੈ। ਕਹੋ ਸਤਨਾਮ ਸ੍ਰੀ। ਸੋ ਇਸ ਤਰ੍ਹਾਂ ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਅਕੇਲਾ। ਜਿਸ ਨੇ ਦੁਨੀਆ ਨੂੰ ਪੈਦਾ ਕੀਤਾ ਹੈ, ਤਰ੍ਹਾਂ ਤਰ੍ਹਾਂ ਦੇ ਰੰਗਾਂ ਵਿੱਚ ਪਾਇਆ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਉਹ ਪਰਮੇਸ਼ਰ ਹੀ ਸਾਨੂੰ ਪਾਲਣ ਵਾਲਾ ਹੈ, ਸੰਭਾਲਣ ਵਾਲਾ ਹੈ। ਮਿਹਰਬਾਨ ਸਹਿ ਮਿਹਰਬਾਨ, ਸਹਿ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ। ਤੇ ਸਾਡਾ ਕੀ ਕੰਮ ਹੈ? ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹੋ। ਤੇਰਾ ਕੰਮ ਹੈ ਜਿੰਨਾ ਚਿਰ ਸਵਾਸ ਚੱਲਦੀ ਹੈ ਉਹਦੀ ਬੰਦਗੀ ਕਰਿਆ ਕਰ। ਤੋ ਪ੍ਰੀਤਮ ਜੀ ਕਹਿੰਦੇ ਆਪੇ ਬਖਸ਼ ਕਰੇ ਜੀ ਸਾਰਾ। ਆਪਣੇ ਕੀਤੇ ਨੋ ਆਪ ਪ੍ਰਤਪਾਲੈ। ਜਿਵੇਂ ਜ਼ਿਮੀਦਾਰ ਖੇਤੀਬਾੜੀ ਬੀਜਦਾ ਹੈ, ਫਸਲ ਬੀਜਦਾ ਹੈ, ਰੋਜ਼ ਗੇੜਾ ਮਾਰਦਾ ਹੈ, ਪਾਣੀ ਲਾਉਂਦਾ ਹੈ, ਉਹਦੇ ਵਿੱਚੋਂ ਕਾਹ ਕੰਡਾ ਕੱਢਦਾ ਹੈ। ਫਸਲ ਵੱਡੀ ਹੋ ਜਾਂਦੀ ਹੈ, ਅਵਾਰਾ ਪਸ਼ੂਆਂ ਤੋਂ ਬਚਾਉਣ ਵਾਸਤੇ ਕੰਡਿਆਲੀ ਵਾੜ ਵੀ ਕਰਦਾ ਹੈ। ਚਾਹੇ ਝਾੜੀਆਂ ਲਾਵੇ ਜਾਂ ਤਾਰਾਂ ਲਾਵੇ, ਫਸਲ ਨੂੰ ਬਚਾਉਣ ਵਾਸਤੇ ਵਾੜ ਵੀ ਕਰਦਾ ਹੈ। ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇਖਿਆ ਬਈ ਅੱਜ ਨਾਮ ਜਪਣ ਵਾਲਿਆਂ ਨੂੰ ਵੀ ਕਤਲੇਆਮ ਕੀਤਾ ਜਾ ਰਿਹਾ। ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ਕੋਹ ਨੂੰ ਵੀ ਮਾਰਿਆ। ਔਰੰਗਜ਼ੇਬ ਨੇ 9ਵੇਂ ਪਾਤਸ਼ਾਹ ਜੀ ਨੂੰ ਵੀ ਸ਼ਹੀਦ ਕੀਤਾ। ਔਰੰਗਜ਼ੇਬ ਨੇ ਆਪਣੇ ਸਮੇਂ ਦੇ ਵਿੱਚ ਬੇਅੰਤ ਰਿਸ਼ੀਆਂ ਮੁਨੀਆਂ ਦਾ ਕਤਲ ਕੀਤਾ। ਮਾਨੋ ਕਿ ਜਿਵੇਂ ਅਵਾਰਾ ਪਸ਼ੂ ਕਿਸੇ ਦੀ ਫਸਲ ਨੂੰ ਖਾਂਦੇ ਹੋਣ। ਤੇ ਇਹ ਸ੍ਰਿਸ਼ਟੀ ਪਰਮੇਸ਼ਰ ਦੀ ਫਸਲ ਹੈ। ਜਿਸ ਨੇ ਸਾਨੂੰ ਪੈਦਾ ਕੀਤਾ ਹੈ, ਉਸੇ ਨੇ ਸਾਡੀ ਸੰਭਾਲ ਵੀ ਕਰਨੀ ਹੈ। ਤੇ ਜਦੋਂ ਕੋਈ ਜ਼ਾਲਮ ਲੋਕ ਇਸ ਨੂੰ ਖਤਮ ਕਰਤੇ ਤੁਲ ਜਾਂਦੇ ਆ, ਫਿਰ ਪਰਮੇਸ਼ਰ ਨੂੰ ਫਿਕਰ ਪੈਂਦਾ। ਪਰਮੇਸ਼ਰ ਸਾਧੂ ਰੂਪ ਦੇ ਵਿੱਚ, ਗੁਰੂਆਂ ਦੇ ਰੂਪ ਦੇ ਵਿੱਚ ਦੁਨੀਆ ਵਿੱਚ ਆਉਂਦਾ ਤੇ ਜੀਵਾਂ ਨੂੰ ਸੰਭਾਲਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਕਿ ਨਾਮ ਜਪਣ ਵਾਲਿਆਂ ਨੂੰ ਤਲਵਾਰ ਵੀ ਫੜਾ ਦਿੱਤੀ। ਮਾਨੋ ਕਿ ਇੱਕ ਤਰ੍ਹਾਂ ਦੇ ਨਾਲ ਵਾੜ ਕੀਤੀ ਆ ਇਸ ਫਸਲ ਨੂੰ ਬਚਾਉਣ ਵਾਸਤੇ, ਸ੍ਰਿਸ਼ਟੀ ਨੂੰ ਬਚਾਉਣ ਵਾਸਤੇ।
ਨਾਮ ਜਪਣ ਵਾਲੇ ਜਿੱਥੇ ਸੰਤ ਸਨ ਉੱਥੇ ਸਿਪਾਹੀ ਵੀ ਨਾਲ ਬਣਾ ਦਿੱਤੇ। ਬਈ ਹੁਣ ਤੁਸੀਂ ਖੁਦ ਹੀ ਅਵਤਾਰ ਹੋ, ਅਵਤਾਰਾਂ ਨੂੰ ਉਡੀਕਣ ਦੀ ਲੋੜ ਨਹੀਂ ਹੈ। ਰਾਮਚੰਦਰ ਆਇਆ, ਉਹਨੇ ਜੰਗ ਕੀਤੀ, ਉਹਦੇ ਪੈਰੋਕਾਰ ਅੱਗੇ ਚੱਲ ਕੇ ਫਿਰ ਉਹਨਾਂ ਦੀਆਂ ਸਿੱਖਿਆਵਾਂ ਨੂੰ ਭੁੱਲ ਗਏ। ਕ੍ਰਿਸ਼ਨ ਜੀ ਆਏ, ਉਹਨਾਂ ਨੇ ਜ਼ੁਲਮ ਦੇ ਖਿਲਾਫ ਜੰਗ ਕੀਤਾ, ਕੁਰੂਕਸ਼ੇਤਰ ਦੇ ਜੰਗ ਵਿੱਚ ਮਾਰਗਦਰਸ਼ਨ ਕੀਤਾ, ਗਾਈਡੈਂਸ ਦਿੱਤੀ। ਮਹਾਤਮਾ ਬੁੱਧ ਦਾ ਧਰਮ ਚੱਲਿਆ, ਉਸ ਨੇ ਵੀ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਦੇ ਉਪਦੇਸ਼ ਦਿੱਤੇ। ਪਰ ਉਹਨਾਂ ਦੇ ਜਾਣ ਤੋਂ ਬਾਅਦ ਦੁਨੀਆ ਫਿਰ ਉੱਥੇ ਆ ਗਈ। ਪੰਚਾਂ ਦਾ ਕਹਿਆ ਸਿਰ ਮੱਥੇ ਪਰਨਾਲਾ, ਉੱਥੇ ਦਾ ਉੱਥੇ ਵਾਲੀ ਗੱਲ ਹੋ ਗਈ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ, ਗੁਰੂ ਨਾਨਕ ਦੇਵ ਜੀ ਆਏ, ਪਿਆਰ ਨਾਲ ਸਮਝਾਉਂਦੇ ਰਹੇ। ਨੌ ਜਾਮੇ ਦੇਖਿਆ ਬਈ ਹੁਣੇ ਗੱਲਾਂ ਬਾਤਾਂ ਨਾਲ ਨਹੀਂ ਸਮਝਦੇ, ਤਾਂ ਉਹਨਾਂ ਨੇ ਤਲਵਾਰ ਚੱਕੀ ਅਤੇ ਆਪਣੇ ਪੈਰੋਕਾਰ ਭਾਵ ਖਾਲਸੇ ਪੰਥ ਨੂੰ ਵੀ ਤਲਵਾਰ ਫੜਾਈ ਔਰ ਹੁਕਮ ਦਿੱਤੇ ਕਿ ਸ਼ਸਤਰ ਦਾ ਵਸਾਹ ਨਹੀਂ ਕਰਨਾ, ਸ਼ਸਤਰ ਹਮੇਸ਼ਾ ਕੋਲ ਰੱਖੋ, ਆਪਣੀ ਰਕਸ਼ਾ ਆਪ ਕਰੋ, ਤੁਸੀਂ ਘੱਟ ਨਹੀਂ ਹੋ। ਖਾਲਸਾ ਮੇਰੋ ਰੂਪ ਹੈ ਆਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਮੈਂ ਤੁਹਾਡੇ ਨਾਲ ਹੀ ਹਾਂ। ਤਾਂ ਗੁਰੂ ਪਿਆਰਿਓ, ਅੱਜ ਅਸੀਂ ਦੇਖਦੇ ਹਾਂ ਜਿੱਥੇ ਜਿੱਥੇ ਕੋਈ ਨਿਮਾਣਿਆਂ ਨਤਾਣਿਆਂ 'ਤੇ ਹਮਲਾ ਕੀਤਾ ਜਾਂਦਾ, ਖਾਲਸਾ ਉੱਥੇ ਜਾ ਕੇ ਅੜਦਾ ਹੈ, ਖੜਦਾ ਹੈ, ਜ਼ੁਲਮ ਨੂੰ ਰੋਕਦਾ। ਤਾਂ ਇਹ ਬੱਦਲ ਅਕਾਲ ਪੁਰਖ ਨੇ ਭੇਜਿਆ ਦੁਨੀਆ ਦੇ ਵਿੱਚ, ਕਾਹਦੇ ਵਾਸਤੇ? ਲੋਕਾਂ ਨੂੰ ਸੁੱਖ ਦੇਣ ਵਾਸਤੇ। ਪਾਰ ਬ੍ਰਹਮ ਪ੍ਰਭ ਮੇਘ ਬਿਠਾਇਆ, ਜਲ ਥਲ ਮਹੀਅਲ ਦਹਿ ਵਰਸਾਇਆ। ਇਹ ਖਾਲਸਾ ਪੰਥ ਸਾਜਣਾ ਮਾਨੋ ਇੱਕ ਅਕਾਲ ਪੁਰਖ ਨੇ ਪੱਕੇ ਤੌਰ 'ਤੇ ਬੱਦਲ ਭੇਜ ਦਿੱਤਾ। ਕੋ ਸਤਨਾਮ, ਜਿਹੜਾ ਸਮੇਂ ਸਮੇਂ 'ਤੇ ਆਪਣੀ ਕਾਰਵਾਈ ਕਰਦਾ। ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਸੁਖ ਦਾਤਾ ਦੁੱਖ ਭੰਜਨ ਹਾਰਾ, ਉਹ ਅਕਾਲ ਪੁਰਖ ਸੁੱਖਾਂ ਨੂੰ ਦੇਣ ਵਾਲਾ, ਦੁੱਖਾਂ ਨੂੰ ਖਤਮ ਕਰਨ ਵਾਲਾ, ਆਪੇ ਬਖਸ਼ ਕਰੇ ਜੀ ਸਾਰਾ। ਆਪੇ ਸਾਨੂੰ ਸਾਜਣ ਵਾਲਾ ਹੈ, ਆਪੇ ਬਖਸ਼ਾਂ ਕਰਨ ਵਾਲਾ ਹੈ, ਆਪੇ ਹੀ ਸਾਰ ਲੈਣ ਵਾਲਾ ਹੈ, ਸੰਭਾਲਣ ਕਰਨ ਵਾਲਾ ਹੈ। ਆਪਣੇ ਕੀਤੇ ਨੋ ਆਪ ਪ੍ਰਤਪਾਲੇ, ਪੈ ਪੈਰੀ ਤਿਸੈ ਮਨਾਈ ਜੀਓ। ਆਓ ਐਸੇ ਪਰਿਪੂਰਨ ਪਰਮੇਸ਼ਰ ਪਰਮਾਤਮਾ ਸਰੂਪ ਗੁਰੂ ਦੇ ਪੈਰੀ ਪਈਏ, ਭਾਵ ਗੁਰੂ ਵਾਲੇ ਬਣੀਏ, ਗੁਰੂ ਦੀ ਸ਼ਰਨ ਵਿੱਚ ਆਈਏ, ਇਹਨਾਂ ਨੂੰ ਮਨਾਈਏ, ਭਾਵ ਸਾਨੂੰ ਪ੍ਰਵਾਨ ਕਰ ਲੈਣ ਗੁਰੂ। ਤੇ ਮਨਾਵਾਂਗੇ ਕਿਵੇਂ? ਮਿੰਨਤਾਂ ਕਰਕੇ ਨਹੀਂ, ਗੁਰਮਤਿ ਅਨੁਸਾਰ ਚੱਲ ਕੇ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਬਿਨ ਸਤਿਗੁਰ ਸੋ ਕਦੇ ਨਾ ਪਾਵੇ, ਭਾਈ ਫਿਰ ਫਿਰ ਪਛੋਤਾਵੇ। ਇਸ ਤਰ੍ਹਾਂ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਹੈ ਉਹ ਹਮੇਸ਼ਾ ਸਾਡੇ ਨਾਲ ਹੈ, ਗੁਰੂ ਸਾਡੇ ਨਾਲ ਹੈ, ਅਤੇ ਸਾਨੂੰ ਸਤਿਗੁਰ ਨੇ ਬਲ ਬਖਸ਼ਿਆ। ਪਰ ਸ਼ਰਤ ਹੈ, ਗੁਰੂ ਦੇ ਬਲ ਨੂੰ ਲੈਣ ਵਾਸਤੇ, ਗੁਰੂ ਦੀ ਤਾਕਤ ਗ੍ਰਹਿਣ ਕਰਨ ਵਾਸਤੇ ਗੁਰਮਤਿ ਅਨੁਸਾਰ ਚੱਲਣਾ ਪਊਗਾ। 10ਵੇਂ ਪਾਤਸ਼ਾਹ ਜੀ ਖਾਲਸੇ ਦੀ ਮਹਿਮਾ ਕਰਦੇ ਹੋਏ ਲਿਖਦੇ ਆ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ। ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋਂ ਸਦਸਾ ਸੰਗਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਫਿਰ ਇਹ ਮੇਰਾ ਕੁਛ ਨਹੀਂ ਲੱਗਦਾ ਜਦੋਂ ਇਹ ਵੀ ਵਾਮਣੀ ਕਰਮਕਾਂਡਾਂ 'ਚ ਪੈ ਗਏ ਆ। ਅਤੇ ਜਿੰਨਾ ਚਿਰ ਮੇਰੇ ਮੁਤਾਬਕ ਚੱਲੇਗਾ ਮੈਂ ਇਹਨੂੰ ਸਾਰੀਆਂ ਸ਼ਕਤੀਆਂ ਦੇਵਾਂਗਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਸੁਖ ਦਾਤਾ ਦੁੱਖ ਭੰਜਨ ਹਾਰਾ, ਆਪੇ ਬਖਸ਼ਿਸ਼ ਕਰੇ ਜੀ ਸਾਰਾ। ਆਪਣੇ ਕੀਤੇ ਨੂੰ ਆਪ ਪ੍ਰਤਪਾਲੇ, ਆਪਾਂ ਨੂੰ ਉਹਨੇ ਕੀਤਾ ਅਤੇ ਆਪਣੀ ਪਾਲਣਾ ਪੋਸ਼ਣਾ ਕਰਨ ਵਾਲਾ ਵੀ ਉਹ ਹੈ। ਆਓ ਪੈ ਪੈਰੀ ਤਿਸੇ ਮਨਾਈ ਜੀਓ, ਐਸੇ ਗੁਰੂ ਦੀ ਸ਼ਰਨ ਵਿੱਚ ਆਈਏ। ਖੁਸ਼ ਹੋ ਜਾਵੇ, ਮੰਨ ਜਾਵੇ। ਕਾਹਦੇ ਵਾਸਤੇ ਮਨਾਉਣਾ ਹੈ? ਜਾਂ ਕੀ ਸ਼ਰਨ ਪਿਆ ਗਤ ਪਾਈਐ,
ਜਿਸ ਦੀ ਸ਼ਰਨ ਵਿੱਚ ਆਉਣ ਕਰਕੇ ਸਾਡੀ ਮੁਕਤੀ ਹੋਵੇਗੀ, ਸਾਡੇ ਡਰ ਖਤਮ ਹੋਣਗੇ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਨੂੰ ਜਪਿਆ ਉਹਨਾਂ ਦੇ ਡਰ ਖਤਮ ਹੋ ਗਏ। ਪ੍ਰੀਤਮ ਜੀ ਕਹਿੰਦੇ ਜਾਂ ਕੀ ਸ਼ਰਨ ਪਿਆ ਗਤ ਪਾਈਐ, ਸਾਸ ਸਾਸ ਹਰ ਨਾਮ ਤੇ ਆਈਐ। ਐਸੇ ਪਰਮੇਸ਼ਰ ਨੂੰ ਆਓ ਹਰ ਸਵਾਸ ਸਵਾਸ ਨਾਲ ਜਪਣਾ ਕਰੀਏ। ਤਿਸ ਬਿਨ ਹੋਰ ਨਾ ਦੂਜਾ ਠਾਕੁਰ, ਬਸ ਇਹੋ ਹੀ ਸਭ ਤੋਂ ਵੱਡਾ ਪਰਮੇਸ਼ਰ ਰੂਪੀ ਠਾਕੁਰ ਹੈ, ਮਾਲਕ ਹੈ। ਠਾਕੁਰ ਦਾ ਅਰਥ ਹੈ ਰੋਕਣ ਵਾਲਾ, ਦੁੱਖਾਂ ਨੂੰ ਰੋਕਣ ਵਾਲਾ, ਖਤਰਿਆਂ ਨੂੰ ਖਤਮ ਕਰਨ ਵਾਲਾ। ਠਾਕੁਰ ਹੁੰਦਾ ਮਾਲਕ। ਬਾਗੜ ਦਾ ਸ਼ਬਦ ਹੈ ਠਾਕੁਰ। ਹਿੰਦੂ ਮਤ ਵਿੱਚ ਠਾਕੁਰਾਂ ਦੀ ਪੂਜਾ ਕੀਤੀ ਜਾਂਦੀ। ਇੱਥੇ ਠਾਕੁਰ ਤੋਂ ਮਤਲਬ ਹੈ ਮੂਰਤੀ ਪੂਜਾ। ਹਿੰਦੂ ਮਤ ਵਿੱਚ ਪੱਥਰਾਂ ਦੀ ਪੂਜਾ, ਉਹਨੂੰ ਠਾਕੁਰ ਕਹਿੰਦੇ ਆ। ਪਰ ਠਾਕੁਰ ਤਾਂ ਬੋਲਦਾ ਹੈ, ਸੁਣਦਾ ਹੈ, ਕੰਮ ਕਰਦਾ ਹੈ, ਰਕਸ਼ਾ ਕਰਦਾ ਹੈ। ਧੰਨਾ ਕਹਿੰਦਾ ਮੈਨੂੰ ਵੀ ਇੱਕ ਠਾਕੁਰ ਦੇ ਦੇ, ਤੇ ਪੰਡਤ ਨੇ ਉਹ ਤੋਂ ਖਹਿੜਾ ਛਡਾਉਣ ਵਾਸਤੇ ਗੋਲ ਮੋਲ ਪੱਥਰ ਲਪੇਟ ਕੇ ਫੜਾਤਾ ਤੇ ਗਾਂ ਲੈ ਲਈ ਦੁੱਧ ਵਾਲੀ। ਪਰ ਉਸ ਧੰਨੇ ਦੀ ਭਗਤੀ ਸੀ ਕਿ ਪਰਮੇਸ਼ਰ ਨੂੰ, ਠਾਕੁਰ ਨੂੰ ਆਉਣਾ ਪਿਆ ਅਸਲੀ ਨੂੰ। ਕੋ ਸਤਨਾਮ ਸ੍ਰੀ, ਔਰ ਧੰਨੇ ਦੇ ਕਾਰਜ ਕੀਤੇ। ਤੋ ਠਾਕੁਰ ਪਰਮੇਸ਼ਰ ਦਾ ਨਾਮ ਹੈ, ਜਿਹੜਾ ਸਾਡੇ ਖਤਰਿਆਂ ਤੋਂ ਸਾਨੂੰ ਬਚਾਉਣ ਵਾਲਾ ਹੈ। ਮਹਾਰਾਜ ਵਾਲਿਆਂ ਦਾ ਜੰਗ ਕਰਾਇਆ। ਪਹਿਲਾਂ ਛੇਵੇਂ ਪਾਤਸ਼ਾਹ ਆਏ, ਇਹਨਾਂ ਨੂੰ ਮਹਾਰਾਜ ਵਿੱਚ ਵਸਾਇਆ, ਪਰ ਭੁੱਲਰਾਂ ਨੇ ਮਹਾਰਾਜ ਦੇ ਵਾਲਿਆਂ ਨੂੰ ਵਸਣ ਨਾ ਦਿੱਤਾ। ਲੜਾਈਆਂ ਚੱਲਦੀਆਂ ਰਹੀਆਂ, ਇਹਨਾਂ ਦੀਆਂ ਇਸਤਰੀਆਂ ਦੀ ਬੇਅਦਬੀ ਕਰਦੇ ਰਹੇ ਭੁੱਲਰ ਰਲ ਕੇ। ਸੱਤਵੇਂ ਪਾਤਸ਼ਾਹ ਜੀ ਆਏ। ਇਹ ਕੈਪਟਨ ਦੇ ਵੱਡਿਆਂ ਨੇ, ਕਾਲੇ ਵਰਗਿਆਂ ਨੇ ਬੇਨਤੀ ਕੀਤੀ, ਇਸ ਪਾਤਸ਼ਾਹ ਸਾਨੂੰ ਇਹ ਵਸਣ ਨਹੀਂ ਦਿੰਦੇ ਗੇ, ਸਾਨੂੰ ਡਿਸਟਰਬ ਕਰਦੇ ਆ। ਬੀਬੀਆਂ ਕਾ ਪਾਣੀ ਭਰਨ ਜਾਂਦੀਆਂ ਖੂਹ ਤੋਂ, ਡੱਗੀ ਤੋਂ, ਉਹਨਾਂ ਨੂੰ ਬੇਅਦਬ ਕਰਦੇ ਆ। ਤੇ ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ ਫਿਰ ਦੋ ਹੱਥ ਕਰੋ, ਜੰਗ ਕਰੋ ਇਹਨਾਂ ਦੇ ਨਾਲ, ਐ ਨਹੀਂ ਰੁਕਣੇ ਇਹ। ਕਾਲਾ ਕਹਿਣ ਲੱਗਿਆ ਮਹਾਰਾਜ ਇਹਨਾਂ ਦਾ ਇੱਕ ਰਿਸ਼ਤੇਦਾਰ ਹੈ, ਜਵਾਈ ਹੈ, ਪਤਾ ਨਹੀਂ ਜੈਦ ਪੁਰਾਣਾ ਬਾਲਾ ਹੀ ਤਕੜਾ, ਉਹ ਕਿਸ ਤੋਂ ਵਸ ਹੀ ਨਹੀਂ ਆਉਂਦਾ। ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਜਾਓ, ਵਸ ਪਰਮੇਸ਼ਰ ਕਰੂਗਾ ਉਹਨਾਂ ਨੂੰ। ਫਿਰ ਕਾਲੇ ਦੀ, ਮਹਾਰਾਜ ਵਾਲਿਆਂ ਦੀ ਤੇ ਉਹਨਾਂ ਭੁੱਲਰਾਂ ਦੀ ਜੈਦ, ਉਸ ਜੈਦ ਪੁਰਾਣੇ ਦੀ ਲੜਾਈ ਹੋਈ। ਜੈਦ ਪੁਰਾਣੇ 'ਚ ਤਾਕਤ ਬਹੁਤ ਸੀ ਕਹਿੰਦੇ। ਤੇ ਜਿਸ ਵੇਲੇ ਉਸ ਨੇ ਗੁਰੂ ਪਿਆਰੋ ਲੜਾਈ ਕੀਤੀ, ਲੜਦਿਆਂ ਕਹਿੰਦੇ ਕਾਲੇ ਦੇ ਕੋਲ ਤਲਵਾਰ ਹੈ ਤੇ ਜੈਦ ਦੇ ਕੋਲੇ ਬਰਛੀ ਆ। ਕਹਿੰਦੇ ਜੈਦ ਨੇ ਬਰਛੀ ਮਾਰੀ ਤੇ ਕਾਲੇ ਨੇ ਤਲਵਾਰ ਚਲਾਈ। ਕਾਲੇ ਦੇ ਦੋ ਦੰਦ ਫੁੱਟ ਗਏ ਅੱਗੋਂ, ਜੈਦ ਦੀ ਧੌਣ ਲੈ ਗਈ। ਜਦ ਉਹਨਾਂ ਦਾ ਜਰਨੈਲ ਸੀ ਜੈਦ ਪੁਰਾਣਾ, ਇਹ ਮਰ ਗਿਆ ਤੇ ਬਾਕੀ ਦੇ ਵੀ ਭੱਜ ਗਏ ਸਾਰੇ। ਜਿਹੜੇ ਭੁੱਲਰ ਉੱਥੇ ਪਹਿਲਾਂ ਇਸ ਧਰਤੀ ਤੇ ਆਪਣਾ ਕਬਜ਼ਾ ਸਮਝਦੇ ਸੀਗੇ। ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਨੂੰ, ਮਹਾਰਾਜ ਕਿਆਂ ਨੂੰ, ਕੈਪਟਨ ਦੇ ਵੱਡੇ ਵਡੇਰਿਆਂ ਨੂੰ, ਜਿਹੜੇ ਬਾਗੜ ਦੇ ਵਿੱਚੋਂ ਗੱਡਿਆਂ 'ਤੇ ਤੁਰੇ ਫਿਰਦੇ ਸੀ ਸਮਾਨ ਲੱਦ ਕੇ, ਕਿਤੇ ਟਿਕਾਣਾ ਨਹੀਂ ਸੀ ਮਿਲਦਾ ਇਹਨਾਂ ਨੂੰ। ਇੱਥੇ ਛੇਵੇਂ ਪਾਤਸ਼ਾਹ ਉਤਰੇ ਹੋਏ ਸੀਗੇ ਗੁਰੂਸਰ ਮਹਾਰਾਜ ਵਿਖੇ। ਇਹਨਾਂ ਦੀ ਸ਼ਰਨ ਲਈ ਤੇ ਕਹਿੰਦੇ ਜਾਓ ਉੱਥੇ ਮੋਹੜੀ ਗੱਡ ਦਿਓ। ਇਹਨਾਂ ਨੇ ਮੋਹੜੀ ਗੱਡਤੀ, ਉਹਨਾਂ ਨੇ ਪੱਟਤੀ। ਫਿਰ ਕਹਿੰਦੇ ਜੀ ਪੱਟਤੀ, ਕਹਿੰਦੇ ਫਿਰ ਗੱਡ ਦਿਓ। ਉਹਨਾਂ ਨੇ ਫਿਰ ਪੱਟਤੀ, ਕਹਿੰਦੇ ਫਿਰ ਗੱਡ ਦਿਓ। ਇਹਨਾਂ ਨੇ ਤੀਜੀ ਵਾਰ ਗੱਡੀ ਮਹਾਰਾਜ ਕਿਆ ਨੇ, ਉਹਨਾਂ ਨੇ ਪੱਟ ਕੇ ਉਹ ਮੋਹੜੀ ਇੱਕ ਖੂਹ 'ਚ ਸਿੱਟਤੀ। ਆ ਕੇ ਕਹਿੰਦੇ ਜੀ ਸਾਡੀ ਤਾਂ ਮੋਹੜੀ ਪੱਟ ਕੇ ਖੂਹ ਸਿੱਟਤੀ। ਕਹਿੰਦੇ ਫਿਰ ਤਾਂ ਪਤਾਲਾਂ ਵਿੱਚ ਜੜਾਂ ਲੱਗ ਗਈਆਂ, ਫਿਰ ਤਾਂ ਤੁਹਾਡੀਆਂ ਜੜ੍ਹਾਂ ਲੱਗ ਗਈਆਂ ਪਤਾਲਾਂ 'ਚ, ਹੁਣ ਨਹੀਂ ਸਾਨੂੰ ਕੋਈ ਠਾ ਸਕਦਾ। ਫਿਰ ਮਹਾਰਾਜ ਕੇ ਆ ਕੈਪਟਨ ਕੇ ਇੱਥੇ ਵਸੇ ਸੀ ਇਸ ਇਲਾਕੇ 'ਚ। ਖੈਰ ਜਿਸ ਵੇਲੇ ਕਾਲੇ ਨੇ ਤਲਵਾਰ ਮਾਰੀ, ਜੈਦ ਮਰ ਗਿਆ ਔਰ ਕਾਲੇ ਦੇ ਦੋ ਦੰਦ ਨਿਕਲੇ। ਉਹ ਕਾਲਾ ਹੈਰਾਨ ਹੋ ਗਿਆ ਵੀ ਯਾਰ, ਕਹਿੰਦੇ ਜੈਦ ਵਿੱਚ ਬੜੀ ਤਾਕਤ ਹੈ, ਇਹਦੀ ਵੱਜੀ ਹੋਈ ਬਰਛੀ ਮੇਰੀ ਧੌਣ ਦੇ ਆਰ ਪਾਰ ਹੋ ਜਾਣੀ ਚਾਹੀਦੀ ਸੀ, ਤੇ ਪਰ ਮੇਰੇ ਦੋ ਦੰਦ ਵੱਜ ਕੇ ਰੁਕ ਗਈ। ਜੰਗ ਖਤਮ ਹੋ ਗਿਆ, ਉਹ ਭੁੱਲਰ ਹਾਰ ਗਏ, ਇਹ ਮਹਾਰਾਜ ਵਾਲੇ ਜਿੱਤ ਗਏ।
फिर काला धन्नवाद करने वास्ते आया, पर हैरानी विच कहंदा महाराज मैनूं समझ नहीं आउंदी बई जैद इन्ना तकड़ा सीगा ते ओहदी वर्षी ने केवल मेरे 2 दंद ही भन्ने ते मेरी तलवार ने ओहदी धौन लाती। गुरु हरराय साहब कहंदे कालिया मान ना करी, हंकार ना करी, आ दिसदे टुकड़े आरन दे, आ आरन वड्डी पई आ, टोटे कीते पे ने, ये की आ महाराज? कहने जिस वेले जैद ने तेरे बरशी मारी सी असीं ये लोहे की आरन मूहरे कीती सी ते ओहदी वर्षी ने लोहे की आरन दे टुकड़े करते, साडा हत्थ तेरे दंदां नाल वज्जिया ते तेरे 2 दंद ही निकले। कहो सतनाम, नहीं तां तूं लभना नहीं सीगा। अज तक भी वो कहंदे आरन दे टुकड़े छोटे गुरु सर महाराज पए ने। खैर मैं कहना ठाकुर, ठाकुर दी की पावर है। ठाकुर हुंदा रोकण वाला, खतरियां नूं रोकण वाला। प्रीतम जी कहंदे जां की शरण पइयां गत पाई है, सास सास हर नाम ते आई है, तिस बिन होर ना दूजा ठाकुर, उस तो बगैर दूजा कोई तैनूं बचाउण वाला नहीं है। कहो सतनाम श्री। कोई तेरे खतरियां नूं रोकण वाला नहीं है। सब तिसै किया जाई जियो, ये सब ओही कर सकता है। आओ ऐसे ठाकुर की शरण लईए जी तो वड्डा होर ठाकुर नहीं हैगा। कहो सतनाम श्री। दुनिया विच तां बहुत है, थल्ले जनता है, MLA है, मंत्री है, फिर प्रधानमंत्री है, फिर मुख्यमंत्री है, ऐ कर करके वड्डे तो वड्डे पे है, पर सारे एक दूजे तो डरते हैं। इन्हां सारियां दे उत्ते ठाकुर परमेश्वर है। कहो सतनाम श्री। वो किसे तो नहीं डरदा। आओ ओदी शरण लईए, ओदे वर्गा होर नहीं है। तिस बिन होर ना दूजा ठाकुर, सब तिसै किया जाई जियो। फिर पंजवें पातशाह अखीर ते परमेश्वर की सिफत करते कहते तेरा मान तान प्रभ तेरा, ये सानू वडियाइयां भी तेरे करके मिलदियां, ये मान भी तैनूं ही समर्पित है। कई बारी बच्चे खेड के आउंदे आ ना, उन्होंने गिफ्ट मिलते हैं, मैडल मिलते हैं। बहुत सारे बच्चे रब नूं मनण वाले वो मैडल वो गिफ्ट आदा परमेश्वर नूं अर्पण कर देंदे आ कि जी तेरी किरपा नाल मिले है। तेरा मान जो मैनू वडियाई मिली है तेरी आ, इहदा सेहरा तैनूं जांदा। कोई सतनाम सी। तेरा मान तान प्रभ तेरा, जिवें काले नूं बचाउण विच 7वें पातशाह दा जोर लग्या, नहीं तां उहदा सिर नहीं सी लभना मुड़ के बरशी वज के। तेरा मान तान प्रभ तेरा, ये तेरा ही मान है, तेरा ही तान है। तू सच्चा साहिब गुण ही गहेरा, तू मेरा मालक है, तू मेरा ठाकुर है, मेरा साहिब है, गुणा का खजाना है। नानक दास कह बेनंती, ये नानक दास तेरे चरणों विच बेनती करता है। 8 पैर तुद ध्याई जियो, तू किरपा करे तो मैं तेनों सिमरदा रवां, क्योंकि सिमरिया भी उहदी किरपा नाल ही जांदा है। जे बंदा कहे ना कि मैं आपकी मर्जी नाल तड़के सदेहां उठ के सिमरन कर लवां बैठ जावां, वो किरपा करके उठाउंदा है, जगाउंदा है, अखां खोलदा है साडियां, उठ भजन कर। कहो सतनाम श्री। ताती अरदास करके पईए शामां नूं कि महाराज किरपा करियो, अमृत वेले जल्दी जगा दिओ। सिमरन भजन करन दा बल बख्शिओ, आलस नूं दूर करो, नींद नूं भजाओ, महाराज अपने चरनां नाल जोड़ो। यही गल इत्थे पंजवें प्रीतम कहंदे है कि मेरे कोल सारियां ताकतां तेरियां ही है। भाव जे कहे ने सानूं कोई दिता है तो घट्टो घट्ट उहनूं याद तां रखीए ना। सो क्यों विसरै जिन सब कुछ दिया, सो क्यों विसरै जे जीवन जिया, सो क्यों विसरै जे अग्न में रख है माँ के पेट की अग च, सो क्यों विसरै जे अगन में रख है। पर गुरु की कृपा नाल कोई विरला याद करदा है, गुर प्रसाद को विरला लख है। ये गल नूं कोई विरला ही याद रखदा है कि ये बालक दियां दित्तियां दातां, दातां लैके बंदा कहंदा मेरे वर्गा कौन है, बस मैं ही जो करूँगा उही होवेगा। पर नहीं, वो जदों मर्जी किसी नूं पदवी दे सकदा, जदों मर्जी खो भी सकदा है। कीड़ा थाप दे पातशाही लश्कर करे सवा, दूजे नूं ताकत दे के उन्होंने थले ला सकता है। को सतनाम सी। इस करके प्रीतम जी कहते हैं महाराज मेरे को ताकतां तेरियां, ये गल याद रख के उन्होंने कह दिया करो तड़के भी ये सब तेरी कृपा ही आ। उसका धन्नवाद तो करना चाहिए ना। तेरा मान तान प्रभ तेरा,
तू सदा सच्चा साहिब गुणी गहेरा, तू गुणा दा खजाना है। ये सारे सानू दिते हुए गुण तेरे दिते हुए आ, जिस दा सदका असी रोजी रोटी कमाने, असी रोटी खाने आ, तेरे गुणा दा सदका ही आ। किसी नूं कीर्तन दा, किसी नूं कथा दा, किसी नूं ड्राइविंग दा, किसी नूं खेतीबाड़ी दा, किसी नूं डॉक्टरी दा, किसी नूं मास्टरी दा, किन्ने तरह के काम है। ये सारे गुण हैं जो परमेश्वर ने दुनिया नूं दिते आ। कोई सतनाम श्री, और असी उन्हां गुणां नूं वरत के अपना जीवन निर्वाह भी करते हैं, पर इन्हां गुणां नूं लैके उहदा शुक्रिया भी करना बनता है। जे गुण होवन साजना बिल सांझ करीजै, सांझ करीजै गुणै केरी, छोड़ अवगुण चलीए। पहरे पटंबर कर अडंबर अपना पिड़ मलीए, जिथे जाए वहीए भला कहीए, झोल अमृत पीजै, गुणा का होवे वासला कढ वास लीजै। आखिरी पंक्ति विच बाबा जी कहने आओ बेनती करिए कि मैनू सिमन करवा लै, क्योंकि सिमन दे विचों सब मिलदा। नानक दास कहा बेनंती आठ पैर तो ध्याई जियो। खैर इसी अज दे शब्द दे विचार। अगला शब्द इसे लड़ी नाल जोड़दे है सतगुरु। जदों गुरु वाले बन गए, गुरु नूं मिल पे, गुरमत अनुसार चल पे, फिर की होवेगा। माज महला पंजवा सभे सुख भये प्रभ तुठे। गुरु खुश हो गया तो रब खुश हो गया, रब खुश हो गया से सारियां दातां थले दे दिंदा सन। गल याद आई मेरे, जिस वेले धन धन श्री गुरु गोबिंद सिंह महाराज जी ने कवि रचे तो बहुत सारे कवियां ने आके गुरु साहब की सिफत करनी, तो गुरु साहब ने उन्हों की सिफत सुननी, तो उस दे बहाने सतगुरु ने बहुत सारे गरीब कवियां दियां गरीबियां दूर करती। कहने एक दिन की गल है, कवि आया, कवि ने आके नमस्कार की। पहला वो बाहर पहरेदारां नूं मिले। पहरेदार कहने भाई साहब तुसी? कहना मैं कवि हाँ। कहते कवियां दे इहो जे कपड़े हुंदे आ, फटे पुराने कपड़े आ, पैरां में जोड़ा भी नहीं गा, बिहाइयां पाटियां पईयां। कहना यार फिर की हो गया? कवि की खेड तो दिमाग की हुंदी है, पैरां नाल की है। उस कवि ने फिर कविता सुनाई एक, कहते एक होर सुनाओ। कहते उस दिन सतगुरां ने 1.5 घंटा उसे दे कोलों ही कवितावां सुनियां। सारे हैरान है कवि भी अजे तो बड़े त्रुठे आ। जदों गुरु त्रुठदा है, सभे सुख भये प्रभ त्रुठे। मैं अगले शब्द की गल करां, गुर पूरे के चरण मन बुठे। जदों गुरु खुश होए, फिर उस कवि के उत्ते किन्नी किरपा करते हैं, ये आपां कल दे दीवाना भी सरवण करांगे इस विषय ते, इस विचार नूं भी उत्ते किन्नी किरपा कीती पातशाह जी ने, उसनूं की बख्शां कीतियां, उस कवि नूं की बनाता जिहड़ा एक नंगे पैरी आया सी, गरीब सी, कंगाल सी, कपड़े फटे हुए सन, पर जदों गुरु दे कोल आके उन्हें कुछ सिफत की गुरु की, गुरु ने बड़ियां बख्शां करके उसनूं एक राजा बना दिता। समझो ये विचार आपां कल नूं सरवण करांगे, ये शब्द की विचार भी कल नूं सरवण करांगे। इत्थे रोकण की आग्या बख्शो। बोलदे अनेकां अखर बाद घाट हो जांदे, सिख संगतां ते सतगुरु बख्शण जोग है, बख्श लेना जी। समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु वाहिगुरु।